ਸੰਗਤ ਲਫ਼ਜ਼ ਸੰਗਿਆ ਵੀ ਹੈ ਜੋ ਜੀਵਾਂ ਦੇ ਇਕੱਠ ਨੂੰ ਕਿਹਾ ਜਾਂਦਾ ਹੈ ਅਤੇ ਕਿਰਿਆ ਵੀ ਹੈ ਜੋ ਜੀਵਾਂ ਦੇ ਇਕੱਠੇ ਹੋ ਕੇ ਸੰਗ ਕਰਨ ਅਥਵਾ ਮੇਲ ਜੋਲ ਕਰਨ ਦਾ ਵਾਚਕ ਹੈ। ਦਿਮਾਗੀ ਗਿਆਨ ਉੱਤੇ ਆਧਾਰਿਤ ਸਾਡਾ ਇਹ ਦ੍ਰਿਸ਼ਟੀਕੋਣ ਬਾਹਰਮੁਖੀ ਹੋਣ ਕਰਕੇ ਅਸੀਂ ਸਰੀਰਾਂ ਦੇ ਇਕੱਠ, ਜਿਸਮਾਨੀ ਇਕੱਤਰਤਾ ਤੇ ਦਿਮਾਗੀ ਵਿਚਾਰ ਵਟਾਂਦਰੇ ਨੂੰ ਹੀ ਸੰਗਤ ਕਰਨੀ ਸਮਝੀ ਬੈਠੇ ਹਾਂ ਅਤੇ ਇਸ ਵਿੱਚ ਹੀ ਸੰਤੁਸ਼ਟ ਹਾਂ। ਹਾਂਜੀ, ਦਿਮਾਗੀ ਗਿਆਨ ਉੱਤੇ ਆਧਾਰਿਤ ਸਾਡਾ ਇਹ ਦ੍ਰਿਸ਼ਟੀਕੋਣ ਬਾਹਰਮੁਖੀ ਹੋਣ ਕਰਕੇ ਅਸੀਂ ਸਰੀਰਾਂ ਦੇ ਇਕੱਠ, ਜਿਸਮਾਨੀ ਇਕੱਤਰਤਾ ਅਤੇ ਦਿਮਾਗੀ ਵਿਚਾਰ ਵਟਾਂਦਰੇ ਨੂੰ ਹੀ ਸੰਗਤ ਕਰਨੀ ਸਮਝੀ ਬੈਠੇ ਹਾਂ ਤੇ ਇਸ ਵਿੱਚ ਹੀ ਸੰਤੁਸ਼ਟ ਹਾਂ। ਇਹ ਸੰਗਤ ਜਾਂ ਮੇਲ ਜੋਲ ਜੀਵਾਂ ਵਿਚਕਾਰ ਅਤੇ ਸਾਰੀ ਦਿਸਣਹਾਰ ਸ੍ਰਿਸ਼ਟੀ ਅੰਦਰ, ਜਿਸ ਵਿੱਚ ਜਾਨਦਾਰ ਅਤੇ ਬੇਜਾਨ ਚੀਜ਼ਾਂ ਵੀ ਸ਼ਾਮਲ ਹਨ, ਉਹਨਾਂ ਵਿੱਚ ਵੀ ਸਹਿਜ ਸੁਭਾਅ ਹੋ ਰਿਹਾ ਹੈ। ਆਧੁਨਿਕ ਸਾਇੰਸ ਨੇ ਵੀ ਇਹ ਸਿੱਧ ਕਰ ਦਿੱਤਾ ਹੈ ਕਿ ਦਿਸਣਹਾਰ ਮਾਦਾ ਜਿਹਾ ਕਿ ਹਵਾ, ਪਾਣੀ, ਧਾਤ, ਅੱਗ, ਮਿੱਟੀ, ਚੰਦ, ਤਾਰੇ, ਪੌਦੇ, ਪਸ਼ੂ, ਪੰਛੀ ਤੇ ਇਨਸਾਨ ਆਦਿ ਸਭ ਕੁਝ ਕੁਦਰਤੀ ਤੱਤਾਂ ਦੇ ਆਪਸੀ ਮੇਲ ਜੋਲ ਤੋਂ ਪੈਦਾ ਹੁੰਦਾ ਹੈ। ਇਹ ਸਾਰੇ ਰਸਾਇਣਿਕ ਤੱਤ ਅਦ੍ਰਿਸ਼ਟ ਸੂਖਮ ਅਣੂਆਂ ਦੀ ਅਦ੍ਰਿਸ਼ਟ ਸਦੀਵੀ ਹਰਕਤ ਤੇ ਸ਼ਕਤੀ ਦਾ ਹੀ ਪ੍ਰਗਟਾਵਾ ਹਨ। ਅਣੂਆਂ ਦੀ ਇਹੀ ਅਦ੍ਰਿਸ਼ਟ ਥਰਥਰਾਹਟ ਅਤੇ ਸ਼ਕਤੀ ਹੀ ਕਾਇਨਾਤ ਦੀ ਸਾਰੀ ਉਤਪਤੀ ਦਾ ਕਾਰਨ ਹੈ, ਜਿਸ ਦਾ ਇੱਕੋ ਇੱਕ ਸੋਮਾ ਪਰਮ ਤੱਤ ਅਕਾਲ ਪੁਰਖ ਹੈ। ਉਦਾਹਰਣ ਵਜੋਂ ਹਾਈਡਰੋਜਨ ਅਤੇ ਆਕਸੀਜਨ ਦੇ ਮੇਲ ਤੋਂ ਪਾਣੀ ਬਣਦਾ ਹੈ। ਨਾਈਟ੍ਰੋਜਨ ਅਤੇ ਆਕਸੀਜਨ ਦੇ ਮੇਲ ਤੋਂ ਹਵਾ ਬਣਦੀ ਹੈ। ਕਾਰਬਨ ਅਤੇ ਆਕਸੀਜਨ ਦੇ ਮਿਲਾਪ ਤੋਂ ਅੱਗ ਦਾ ਪ੍ਰਗਟਾਵਾ ਹੁੰਦਾ ਹੈ। ਕਾਰਬਨ ਅਤੇ ਹਾਈਡਰੋਜਨ ਦੇ ਇਕੱਠ ਤੋਂ ਪੈਟਰੋਲ, ਗੈਸ, ਰਬੜ, ਸ਼ਰਾਬ ਅਤੇ ਹੋਰ ਅਨੇਕਾਂ ਪਦਾਰਥ ਬਣਦੇ ਹਨ। ਇਸੇ ਤਰ੍ਹਾਂ ਤੱਤਾਂ ਦੇ ਮੇਲ ਜਾਂ ਸੰਗਤ ਤੋਂ ਅਨੇਕਾਂ ਕਿਸਮ ਦੀਆਂ ਧਾਤਾਂ ਅਤੇ ਮਿਸ਼ਰਣ ਧਾਤਾਂ, ਖਾਦਾਂ, ਦਵਾਈਆਂ ਆਦਿਆਂ ਬਣਦੀਆਂ ਹਨ। ਇੱਕ ਦੂਜੇ ਤੱਤਾਂ ਦੇ ਮੇਲ ਸੰਗਤ ਤੋਂ ਸੋਈ ਤਾਂਬਾ ਰੰਗ ਸੰਗ ਜਿਉ ਕਹਿਆ ਹੋਈ, ਸੋਈ ਤਾਂਬਾ ਜਸਤ ਮਿਲ ਪਿੱਤਲ ਅਵਲੋਈ, ਸੋਈ ਸ਼ੀਸ਼ੇ ਸੰਗਤੀ ਪੰਘਾਰ ਪਲੋਈ, ਤਾਂਬਾ ਪਾਰਸ ਪਰਸਿਆ ਹੋਏ ਕੰਚਨ ਸੋਈ, ਸੋਈ ਤਾਂਬਾ ਭਸਮ ਹੋਏ ਔਖਦ ਕਰ ਪੋਈ, ਆਪੇ ਆਪ ਵਰਤਦਾ ਸੰਗਤ ਗੁਣ ਗੋਈ। ਬਦਲਾਂ ਦੇ ਟਕਰਾਓ ਤੋਂ ਉਤਪੰਨ ਹੋਈ ਅਸਮਾਨੀ ਲਿਸ਼ਕ ਅਤੇ ਸਾਡੀ ਰੋਜ਼ਾਨਾ ਵਰਤੋਂ ਵਾਲੀ ਬਿਜਲੀ ਵੀ ਅਣੂਆਂ ਦੀ ਇਸ ਥਰਥਰਾਹਟ ਅਤੇ ਸ਼ਕਤੀ ਦੀ ਪ੍ਰਕਿਰਤੀ ਤੇ ਪ੍ਰਗਟਾਵਾ ਹੀ ਹਨ। ਇਹ ਤੱਤ ਕੁਦਰਤੀ ਤੌਰ ਤੇ ਇੱਕ ਦੂਜੇ ਦੀਆਂ ਸੂਖਮ ਕਿਰਨਾਂ ਦੇ ਮੇਲ ਨਾਲ ਅਸਰ ਦਿੰਦੇ ਅਤੇ ਲੈਂਦੇ ਰਹਿੰਦੇ ਹਨ ਅਤੇ ਇਹਨਾਂ ਦੀ ਬਨਾਵਟ ਤੇ ਗੁਣਾਂ ਵਿੱਚ ਤਬਦੀਲੀ ਆਉਂਦੀ ਰਹਿੰਦੀ ਹੈ। ਜਿਸ ਤਰ੍ਹਾਂ ਕਿ ਧਰਤੀ ਦੀ ਕੁੱਖ ਵਿੱਚ ਅਨੇਕਾਂ ਕੁਦਰਤੀ ਧਾਤਾਂ ਦਾ ਬਣਨਾ, ਜਿਵੇਂ ਕਿ ਕੋਲਾ, ਪੈਟਰੋਲੀਅਮ, ਰੰਗ ਬਿਰੰਗੇ ਪੱਥਰ, ਰਤਨ ਆਦਿ। ਇਨਸਾਨ ਨੇ ਵੀ ਆਪਣੀ ਬੁੱਧੀ ਨਾਲ ਵਿਗਿਆਨਕ ਖੋਜ ਕਰਕੇ ਇਹਨਾਂ ਰਸਾਇਣਿਕ ਤੱਤਾਂ ਨੂੰ ਮਿਲਾ ਕੇ ਜਾਂ ਨਿਖੇੜ ਕੇ ਬੇਅੰਤ ਲਾਭਦਾਇਕ ਅਤੇ ਸੁਖਦਾਇਕ ਵਸਤੂਆਂ, ਜੰਤਰ ਤੇ ਸਾਧਨ ਬਣਾਏ ਹਨ, ਜਿਵੇਂ ਕਿ ਬਿਜਲੀ, ਘਰੇਲੂ ਜੰਤਰ, ਆਵਾਜਾਈ ਦੇ ਸਾਧਨ, ਸੁਖਦਾਈ ਇਮਾਰਤਾਂ, ਸੰਚਾਰ ਸਾਧਨ ਆਦਿ। ਗੁਣਾਂ ਦੇ ਐਨ ਉਲਟ ਇਹਨਾਂ ਤੱਤਾਂ ਦੇ ਮਿਲਾਪ ਤੇ ਸੰਗਤ ਨਾਲ ਔਗਣਾਂ ਦਾ ਵੀ ਉਤਪੰਨ ਹੋਣਾ ਸੁਭਾਵਕ ਹੈ, ਜਿਵੇਂ ਕਿ ਪਾਣੀ ਦਾ ਸਾਫ਼ ਗੰਧਲਾ, ਕੌੜਾ ਮਿੱਠਾ, ਠੰਡਾ ਤੱਤਾ ਹੋਣਾ ਅਤੇ ਲੋਹੇ ਨੂੰ ਹਵਾ ਦੀ ਨਮੀ ਦੇ ਅਸਰ ਹੇਠ ਜ਼ੰਗਾਲ ਲੱਗਣਾ ਆਦਿ। ਇਨਸਾਨ ਨੇ ਵੀ ਆਪਣੀ ਮਲੀਨ ਬੁੱਧੀ ਦੀ ਰੰਗਤ ਚਾੜ ਕੇ ਇਹਨਾਂ ਤੱਤਾਂ ਦੇ ਮੇਲ ਤੇ ਨਿਖੇੜ ਦੇ ਔਗਣਾਂ ਦੀ ਖੋਜ ਕਰਕੇ ਇਹਨਾਂ ਨੂੰ ਅਤਿਅੰਤ ਤਬਾਹੀ ਦਾ ਜ਼ਰੀਆ ਵੀ ਬਣਾ ਲਿਆ ਹੈ, ਜਿਵੇਂ ਕਿ ਅਨੇਕਾਂ ਨਸ਼ੀਲੀ ਵਸਤੂਆਂ, ਮਾਰੂ ਹਥਿਆਰ, ਮਿਸਾਈਲਸ, ਪਰਮਾਣੂ ਅਤੇ ਰਸਾਇਣਿਕ ਬੰਬ ਆਦਿ। ਇਹ ਸਾਧਨ ਕਾਇਨਾਤ ਅਤੇ ਮਨੁੱਖੀ ਤਬਾਹੀ ਦਾ ਕਾਰਨ ਬਣ ਰਹੇ ਹਨ ਅਤੇ ਇਹਨਾਂ ਦੀ ਦਹਿਸ਼ਤ ਦੇ ਸਹਿਮ ਵਿੱਚ ਦੁਨੀਆ ਤਰਾਹ ਕਰ ਰਹੀ ਹੈ। ਸੋ ਸੰਗਤ ਲਫ਼ਜ਼ ਦੇ ਪਿੱਛੇ ਅਤ ਡੂੰਘੇ ਤੇ ਗੁੱਝੇ ਭੇਦ ਛੁਪੇ ਹੋਏ ਹਨ, ਜਿਸ ਦੇ ਅੰਤਰੀਵ ਆਤਮਿਕ ਭਾਵ ਨੂੰ ਸਮਝਣ ਤੇ ਅਨੁਭਵ ਕਰਨ ਦੀ ਅਤ ਲੋੜ ਹੈ।
ਇਸ ਦੀ ਅੰਤਰੀਵ ਭਾਵਨਾ ਦੀ ਸੋਝੀ ਜਾਂ ਗਿਆਨ ਤੋਂ ਬਗੈਰ ਅਸੀਂ ਸੰਗਤ ਨੂੰ ਅਸਥੂਲ ਸਰੀਰਕ ਮੇਲਜੋਲ ਹੀ ਸਮਝੀ ਬੈਠੇ ਹਾਂ। ਸੋ ਇਸ ਲੇਖ ਦੀ ਲੜੀ ਦੁਆਰਾ ਸੰਗਤ ਲਫ਼ਜ਼ ਦੇ ਮਹੱਤਵਪੂਰਨ ਆਸ਼ੇ ਦੀਆਂ ਅੰਤਰੀਵ ਆਤਮਿਕ ਸੂਖਮ ਭਾਵਨਾਵਾਂ ਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਅਨੁਭਵੀ ਦ੍ਰਿਸ਼ਟੀਕੋਣ ਤੋਂ ਦਰਸਾਉਣ ਦਾ ਉਦਮ ਕੀਤਾ ਜਾਂਦਾ ਹੈ। ਸਮੁੰਦਰ ਵਿੱਚੋਂ ਪਾਣੀ ਉੱਡ ਕੇ ਭਾਫ, ਬੱਦਲ, ਬਰਫ਼, ਗੜੇ, ਮੀਂਹ, ਨਾਲੇ, ਨਦੀਆਂ, ਦਰਿਆ, ਟੋਏ, ਤਲਾਅ ਦੀ ਅਨੇਕਾਂ ਰੂਪ ਧਾਰਦਾ ਹੋਇਆ ਆਪਣੇ ਸੋਹਵੇਂ ਸਮੁੰਦਰ ਵਿੱਚ ਮੋੜਾ ਸਮਾਉਂਦਾ ਹੈ। ਇਹ ਪਾਣੀ ਦੇ ਅਨੇਕ ਰੂਪ ਉਸ ਦੀ ਸੰਗਤ ਅਨੁਸਾਰ ਬਦਲਦੇ ਰਹਿੰਦੇ ਹਨ। ਜਿਵੇਂ ਕਿ ਗਰਮੀ ਦੀ ਸੰਗਤ ਕਰਕੇ ਭਾਫ, ਫਿਰ ਠੰਡ ਦੀ ਸੰਗਤ ਕਰਕੇ ਭਾਫ ਤੋਂ ਬੱਦਲ, ਫਿਰ ਗਰਮੀ ਦੇ ਅਸਰ ਹੇਠ ਬੱਦਲ ਤੋਂ ਮੀਂਹ, ਫਿਰ ਮੀਂਹ ਤੋਂ ਧਰਤੀ ਦੀ ਹਾਲਤ ਅਨੁਸਾਰ ਟੋਏ, ਤਲਾਅ, ਨਾਲੇ, ਨਦੀਆਂ ਅਤੇ ਦਰਿਆਵਾਂ ਦੇ ਸਰੂਪ ਬਣਦੇ ਹਨ। ਪਰ ਇੱਥੇ ਜ਼ਰੂਰੀ ਨੁਕਤਾ ਇਹ ਹੈ ਕਿ ਭਾਵੇਂ ਪਾਣੀ ਨੇ ਸੰਗਤ ਅਨੁਸਾਰ ਕਈ ਸਰੂਪ ਧਾਰੇ, ਪਰ ਉਸ ਦੇ ਅੰਤਰ ਆਤਮੇ ਇੱਕੋ ਜੀਵਨ ਰਹੁ ਹੀ ਚਲਦੀ ਰਹੀ ਅਤੇ ਸੰਗਤ ਅਨੁਸਾਰ ਅਨੇਕਾਂ ਸ਼ਕਲਾਂ, ਰੇਖਾਂ, ਰੰਗਾਂ, ਨਾਵਾਂ ਦੁਆਰਾ ਪ੍ਰਵਿਰਤ ਅਤੇ ਪ੍ਰਗਟ ਹੁੰਦੇ ਰਹੇ ਅਤੇ ਆਪਣੇ ਸ਼ਵ ਸਾਗਰ ਨੂੰ ਮਿਲਣ ਦੀ ਖਿੱਚ ਲਗਾਤਾਰ ਬਣੀ ਰਹੀ। ਇਸੇ ਤਰ੍ਹਾਂ ਪਾਣੀ ਵਿੱਚ ਜੋ ਚੀਜ਼ ਪਾਉਂਦੇ ਹਾਂ, ਉਸੇ ਦੇ ਮਿਲਾਪ ਅਥਵਾ ਸੰਗਤ ਨਾਲ ਉਸ ਦਾ ਰੰਗ, ਸੁਗੰਧ ਅਤੇ ਸਵਾਦ ਦਾ ਅਸਰ ਪਾਣੀ ਲੈਂਦਾ ਹੈ ਅਤੇ ਭਾਂਤ-ਭਾਂਤ ਦਾ ਮਿਲਗੋਬਾ ਬਣਦਾ ਜਾਂਦਾ ਹੈ। ਭਾਵੇਂ ਇਹ ਘੋਲ ਹਰ ਚੀਜ਼ ਦੀ ਰਲਾਵਟ ਨਾਲ ਬਦਲਦਾ ਰਹਿੰਦਾ ਹੈ, ਜਿਸ ਤਰ੍ਹਾਂ ਕਿ ਲੱਸੀ, ਚਾਹ, ਸ਼ਿਕੰਜਵੀ, ਸ਼ਰਾਬ, ਦਵਾਈਆਂ ਆਦਿ ਅਨੇਕਾਂ ਸ਼ਕਲਾਂ, ਰੰਗਾਂ, ਰੇਖਾਂ, ਨਾਵਾਂ ਹੇਠ ਪ੍ਰਵਿਰਤ ਹੁੰਦਾ ਹੈ, ਪਰ ਇਹਨਾਂ ਅਨੇਕਾਂ ਜੀਵਨ ਰੂਪਾਂ ਵਿੱਚ ਪਾਣੀ ਦੀ ਹੋਂਦ ਹੁੰਦੀ ਹੈ। ਦੂਜੇ ਲਫ਼ਜ਼ਾਂ ਵਿੱਚ ਪਾਣੀ ਦੀ ਹੋਂਦ ਤਾਂ ਇੱਕੋ ਹੀ ਹੈ, ਪਰ ਉਸ ਦੇ ਸਰੂਪ ਰਲਾਵਟ ਜਾਂ ਸੰਗਤ ਅਨੁਸਾਰ ਬਦਲਦੇ ਰਹਿੰਦੇ ਹਨ। ਐਨ ਇਸੇ ਤਰ੍ਹਾਂ ਜੀਵ ਦੀ ਹੋਂਦ ਜਾਂ ਜੀਵਨ ਰਹੁ ਜਾਂ ਜੋਤ ਤਾਂ ਇੱਕੋ ਹੀ ਹੈ, ਸਰਬ ਰਵਰਈ ਭਰਪੂਰ ਹੈ, ਪਰ ਜੀਵ ਦੇ ਮਨ ਦਾ ਸਰੂਪ ਅਥਵਾ ਉਸ ਦੀ ਸ਼ਖਸੀਅਤ ਉਸ ਦੀ ਸੰਗਤ ਅਨੁਸਾਰ ਬਦਲਦੀ ਰਹਿੰਦੀ ਹੈ। ਹਾਂਜੀ, ਜੀਵ ਦੀ ਹੋਂਦ ਜਾਂ ਜੀਵਨ ਰਹੁ ਜਾਂ ਜੋਤ ਤਾਂ ਇੱਕੋ ਹੀ ਹੈ, ਪਰ ਜੀਵ ਦੇ ਮਨ ਦਾ ਸਰੂਪ ਅਥਵਾ ਉਸ ਦੀ ਸ਼ਖਸੀਅਤ ਉਸ ਦੀ ਸੰਗਤ ਅਨੁਸਾਰ ਬਦਲਦੀ ਰਹਿੰਦੀ ਹੈ। ਸੋ ਜੀਵਾਂ ਦੀ ਸੰਗਤ ਜਾਂ ਮੇਲਜੋਲ ਅਤੇ ਇਸ ਦੇ ਅਸਰਾਂ ਤੋਂ ਤਾਂ ਅਸੀਂ ਭਲੀ ਭਾਂਤ ਜਾਣੂ ਹਾਂ, ਕਿਉਂਕਿ ਇਹ ਸਾਡੇ ਰੋਜ਼ਾਨਾ ਤਜਰਬੇ ਵਿੱਚ ਆਉਂਦੀ ਹੈ। ਜਿਵੇਂ ਕਿ ਅਮਲੀਆਂ ਦੀ ਸੰਗਤ ਨਾਲ ਅਮਲੀ ਬਣਨਾ, ਚੋਰਾਂ ਦੀ ਸੰਗਤ ਨਾਲ ਚੋਰ ਬਣਨਾ, ਭੈੜੀ ਸੰਗਤ ਨਾਲ ਭੈੜੇ ਬਣਨਾ, ਚੰਗੀ ਸੰਗਤ ਨਾਲ ਚੰਗੇ ਬਣਨਾ, ਸੰਤਾਂ ਮਹਾਂਪੁਰਖਾਂ ਦੀ ਸੰਗਤ ਨਾਲ ਪਰਮਾਰਥੀ ਬਣਨਾ ਆਦਿ। ਚੰਦਨ ਵਾਸ ਵਣਾਸਪਤ ਸਭ ਚੰਦਨ ਹੋਵੇ, ਅਸ਼ਟ ਧਾਤ ਇਕ ਧਾਤ ਹੋਏ ਸੰਗ ਪਾਰਸ ਟੋਵੇ, ਨਦੀਆਂ ਨਾਲੇ ਵਾਹੜੇ ਮਿਲ ਗੰਗ ਗੰਗੋਵੇ, ਪਤਤ ਉਦਾਹਰਣ ਸਾਧੂ ਸੰਗ ਪਾਪਾਂ ਮਲ ਤੋਵੇ, ਸੰਗ ਸੁਭਾਵ ਅਸਾਧ ਸਾਧ ਪਾਪ ਪੁੰਨ ਦੁੱਖ ਸੁਖ ਫਲ ਪਾਵੇ। ਦੂਜੇ ਲਫ਼ਜ਼ਾਂ ਵਿੱਚ ਅੰਦਰਲੇ ਪੁਰਾਣੇ ਅੰਤਸ਼ਕਰਣ ਅਤੇ ਬਾਹਰਲੇ ਵਾਤਾਵਰਣ ਦੀ ਸੰਗਤ ਅਨੁਸਾਰ ਸਾਡਾ ਜੀਵਨ ਬਣਦਾ ਅਤੇ ਬਦਲਦਾ ਰਹਿੰਦਾ ਹੈ। ਹਾਂਜੀ, ਅੰਦਰਲੇ ਪੁਰਾਣੇ ਅੰਤਸ਼ਕਰਣ ਅਤੇ ਬਾਹਰਲੇ ਵਾਤਾਵਰਣ ਦੀ ਸੰਗਤ ਅਨੁਸਾਰ ਸਾਡਾ ਜੀਵਨ ਬਣਦਾ ਤੇ ਬਦਲਦਾ ਰਹਿੰਦਾ ਹੈ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਜਿਹੋ ਜੀ ਸੰਗਤ ਅਸੀਂ ਬਾਰ-ਬਾਰ ਕਰਦੇ ਹਾਂ, ਉਸ ਸੰਗਤ ਦਾ ਅਸਰ ਗੂੜਾ ਹੁੰਦਾ ਜਾਂਦਾ ਹੈ, ਤੇ ਜਦ ਸੰਗਤ ਦਾ ਅਸਰ ਗੂੜਾ ਹੋ ਜਾਵੇ ਤਾਂ ਮਨ ਉੱਤੇ ਸੰਗਤ ਦਾ ਪ੍ਰਭਾਵ ਦ੍ਰਿੜ ਅਤੇ ਪੱਕਾ ਹੋ ਜਾਂਦਾ ਹੈ। ਇਸ ਤਰ੍ਹਾਂ ਸਾਡਾ ਸਮੁੱਚਾ ਜੀਵਨ ਹੀ ਚੰਗੀ ਜਾਂ ਮਾੜੀ ਸੰਗਤ ਦੀ ਰੰਗਤ ਤਾਰ ਲੈਂਦਾ ਹੈ। ਫਿਰ ਇਸ ਸੰਗਤ ਦੀ ਰੰਗਤ ਅਨੁਸਾਰ ਅਸੀਂ ਰੋਜ਼ਾਨਾ ਜੀਵਨ ਦੀ ਰੋੜ ਵਿੱਚ ਸਹਿਜ ਸੁਭਾਏ ਰੁੜੇ ਜਾ ਰਹੇ ਹਾਂ, ਕਿਉਂਕਿ ਉਹ ਜੀ ਸੰਗਤ ਦਾ ਅਸਰ ਹਿਰਦੇ ਉੱਤੇ ਗੂੜਾ ਉਕਰਿਆ ਜਾਂਦਾ ਹੈ। ਫਿਰ ਉਹ ਜੀ ਸੰਗਤ ਦੀ ਰੰਗਤ ਅਨੁਸਾਰ ਅਸੀਂ ਰੋਜ਼ਾਨਾ ਜੀਵਨ ਦੀ ਰੋੜ ਵਿੱਚ ਸਹਿਜ ਸੁਭਾਏ ਰੁੜੀ ਜਾ ਰਹੇ ਹਾਂ।
ਸੋ ਸਾਡੇ ਰੋਜ਼ਾਨਾ ਜੀਵਨ ਦੀ ਰੂਟੀਨ, ਰੋੜ, ਪੁੱਠਾ ਗੇੜ, ਖਿਆਲੀ ਵੇਗ, ਸਾਡੀਆਂ ਆਦਤਾਂ, ਸੁਭਾਅ, ਆਚਰਣ ਇਤਨਾ ਦ੍ਰਿੜ ਅਤੇ ਸ਼ਕਤੀਮਾਨ ਹੋ ਚੁੱਕਿਆ ਹੈ ਕਿ ਅਸੀਂ ਜਾਣਦੇ ਹੋਏ, ਮਹਿਸੂਸ ਕਰਦੇ ਹੋਏ, ਸਮਝਦੇ ਹੋਏ, ਇੱਛਾ ਕਰਦੇ ਹੋਏ, ਉਦਮ ਕਰਦੇ ਹੋਏ ਵੀ ਆਪਣੀ ਮਾਇਕੀ ਪ੍ਰਣਾਲੀ ਵਿੱਚੋਂ ਆਪਣੇ ਆਪ ਨਿਕਲ ਨਹੀਂ ਸਕਦੇ ਅਤੇ ਮੁੜ ਮੁੜ ਕੇ ਫਸਦੇ ਅਤੇ ਗਲਤਾਨ ਹੁੰਦੇ ਜਾਂਦੇ ਹਾਂ। ਬਲਕਿ ਇਹ ਮਾਇਕੀ ਪੁੱਠੇ ਗੇੜ ਜਾਂ ਨੀਵੇਂ ਖਿਆਲਾਂ ਦੇ ਵੇਗ ਇਤਨੇ ਤੇਜ਼ ਅਤੇ ਤੀਖਣ ਹੋ ਜਾਂਦੇ ਹਨ ਕਿ ਸਾਨੂੰ ਇਸ ਤੋਂ ਬਾਹਰ ਵੱਲ ਤੱਕਣ ਜਾਂ ਸੋਚਣ ਦਾ ਖਿਆਲ ਵੀ ਨਹੀਂ ਆਉਂਦਾ। ਇਹ ਮਨ ਨੈਕ ਨਾ ਕਹਿਓ ਕਰੇ, ਸੀਖ ਸਿਖਾਏ ਰਹਿਓ ਆਪਣੀ ਸੀ ਦੁਰਮਤ ਤੇ ਨਾ ਟਰੈ। ਮਦ ਮਾਇਆ ਕੇ ਭਇਓ ਬਾਵਰੋ ਹਰ ਜਸ ਨ ਉਚਰੈ, ਕਰ ਪਰਪੰਚ ਜਗਤ ਕੋ ਡਹਿ ਕੇ ਆਪਣਾ ਉਦਰ ਪਰੈ। ਸਵਾਨ ਪੂਛ ਜਿਉ ਹੋਏ ਨ ਸੂਦੋ, ਕਹਿਓ ਨਾ ਕਾਨ ਤਰੈ। ਮਨ ਮੂਰਖ ਅਜਹੂ ਨ ਸਮਝਤ, ਸਿੱਖਦੇ ਹਾਰਿਓ ਨੀਤ। फिर फाई फासे कौआ, फिर पछताना अब क्या हुआ। कबीर मन जाने सब बात, जानत ही अवगण करे। साड़ी इस बेवसी या मजबूरी का सबूत यह है कि बावजूद अनेकां धर्मां, धर्म अस्थानां, धार्मिक ग्रंथां, ज्ञान, फिलासफियां, पाठ, पूजा, कर्म कांडां, योग साधनावां दे इंसान दा मानसिक अते आत्मिक जीवन उचेरा ते चंगेरा होण दी बजाए निगरदा जा रहा है। इस दा कारण यह है कि जीव दे जन्मां जन्मां दी नीवी संगत द्वारा बने संस्कार अंतशकरण विच इतने डूंगे धस वस रस चुके हैं कि इस दी रंगत दी जबरदस्त हवाड़ या बदबू साड़ी वर्तमान चंगी संगत दे असर दे उत्तों दी हावी हो जाती है। हाँ जी, पुठे मायकी गेड़ विच असी बेवस होकर रुड़ी जा रहे हैं। साड़ी इस बेवसी का कारण यह है कि जीव दे जन्मां जन्मां दी नीवी संगत द्वारा बने संस्कार अंतशकरण विच इतने डूंगे धस वस रस चुके हैं कि इस दी रंगत दी जबरदस्त हवाड़ या बदबू साड़ी वर्तमान चंगी संगत दे असर दे उत्तों दी हावी हो जाती है। या इउं कहो कि चंगी धार्मिक संगत दा असर साडे उत्ते ओपरा जिहा खिन भंगर हवा दे बुले वांग होंदा है जो छेती ही पुराने दृढ़ संस्कारां दा असर सहज सुभाए उगड़ आउंदा है। इस तरह साडा मन पुराने संस्कारां दी रोड़ विच बेवस हो के रुड़ी जांदा है। इसे लई जीव नूं मायकी गिलानी वाले ये पुठे गेड़, नीवें ख्याली वेग, ये आदतां ਅਤੇ ਸੁਭਾਅ ਤੋਂ ਬਚਣ ਲਈ ਗੁਰਬਾਣੀ ਅੰਦਰ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਲਗਾਤਾਰ ਸੰਗਤ ਦਾ ਉਪਦੇਸ਼ ਦ੍ਰਿੜਾਇਆ ਗਿਆ ਹੈ। ਫਿਰ ਦੁਹਰਾ ਦਈਏ ਕਿ ਜੀਵ ਨੂੰ ਮਾਇਕੀ ਗਿਲਾਨੀ ਵਾਲੇ ਪੁੱਠੇ ਗੇੜ, ਨੀਵੇਂ ਖਿਆਲੀ ਵੇਗ, ਆਦਤਾਂ ਅਤੇ ਸੁਭਾਅ ਤੋਂ ਬਚਣ ਲਈ ਗੁਰਬਾਣੀ ਅੰਦਰ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਲਗਾਤਾਰ ਸੰਗਤ ਦਾ ਉਪਦੇਸ਼ ਦ੍ਰਿੜਾਇਆ ਗਿਆ ਹੈ। लगातार साध संगत तो बगैर इंसान लई मायकी गिलानी तो बचन ते निकलण दा कोई होर साधन नहीं है। हाँ जी, 2 बार लिखिया है, वो भी मोटे अखरां विच, लगातार साध संगत तो बगैर इंसान लई मायकी गिलानी तो बचन ते निकलण दा होर कोई साधन नहीं है। साध संगत बिन तरियो न कोय, साथ साथ सिमरो प्रभ अपना, संत संग नित रही है। एक आधार नाम तन मोरा, अनद नानक ए लई है। जिन हर त्याया तिसनू सर्ब कल्याण होए, नित संत जना की संगत, जाए बह मुँह जोड़िए। मन असमझ साध संग पतियाना, डोलन ते चूका ठहराया।
ਸਾਡੀ ਸਰੀਰਕ, ਮਾਨਸਿਕ ਅਤੇ ਆਤਮਿਕ ਰੰਗਤ ਦੀਆਂ ਚੰਗੀਆਂ ਮਾੜੀਆਂ ਕਿਰਨਾਂ, ਵਾਈਬ੍ਰੇਸ਼ਨਸ ਸਾਡੇ ਅੰਦਰੋਂ ਸਹਿਜ ਸੁਭਾਏ ਅਵਸ਼ੀ ਨਿਕਲ ਕੇ ਫੈਲਦੀਆਂ ਰਹਿੰਦੀਆਂ ਹਨ ਅਤੇ ਜੋ ਵੀ ਇਹਨਾਂ ਕਿਰਨਾਂ ਦੇ ਦਾਇਰੇ ਯਾਨੀ ਔਰਾ ਅਥਵਾ ਸੰਗਤ ਵਿੱਚ ਆਉਂਦਾ ਹੈ, ਉਸ ਉੱਤੇ ਇਹਨਾਂ ਕਿਰਨਾਂ ਦੀ ਸੰਗਤ ਦਾ ਅਸਰ ਹੋਣਾ ਲਾਜ਼ਮੀ ਹੈ। ਇਸ ਤਰ੍ਹਾਂ ਸੰਗਤ ਕਰਨ ਨਾਲ ਜਾਂ ਮੇਲਜੋਲ ਕਰਨ ਨਾਲ ਜੀਵਨ ਦੀਆਂ ਚੰਗੀਆਂ ਜਾਂ ਮਾੜੀਆਂ ਕਿਰਨਾਂ ਦਾ ਅਸਰ ਅਥਵਾ ਲੇਵਾ ਦੇਵੀ ਸਹਿਜ ਸੁਭਾਅ ਤੇ ਅਵਸ਼ ਹੁੰਦੀ ਰਹਿੰਦੀ ਹੈ, ਜਿਸ ਦਾ ਸਾਨੂੰ ਪਤਾ ਹੀ ਨਹੀਂ ਲੱਗਦਾ ਜਾਂ ਪਹਿਚਾਣ ਹੀ ਨਹੀਂ ਹੁੰਦੀ, ਪਰ ਇਹ ਅਸਰ ਹੁੰਦਾ ਜ਼ਰੂਰ ਹੈ ਅਤੇ ਸਮਾਂ ਪਾ ਕੇ ਅਭਿਆਸ ਨਾਲ ਡੂੰਘਾ, ਤੀਬਰ ਤੇ ਸ਼ਕਤੀਮਾਨ ਹੁੰਦਾ ਜਾਂਦਾ ਹੈ। ਹਾਂਜੀ, ਪਿੱਛੇ ਅਸੀਂ ਪੜ੍ਹਿਆ ਕਿ ਨਿਰਾ ਜਿਸਮਾਨੀ ਇਕੱਤਰਤਾ ਤੇ ਦਿਮਾਗੀ ਵਿਚਾਰ ਵਟਾਂਦਰੇ ਨੂੰ ਸੰਗਤ ਨਹੀਂ ਕਿਹਾ ਜਾਂਦਾ। ਸੰਗਤ ਕੀ ਹੈ ਕਿ ਹਰ ਇੱਕ ਜੀਵ ਦੇ ਅੰਦਰੋਂ ਉਸ ਦੀਆਂ ਸਰੀਰਕ, ਮਾਨਸਿਕ ਤੇ ਆਤਮਿਕ ਰੰਗਤ ਦੀਆਂ ਕਿਰਨਾਂ, ਵਾਈਬ੍ਰੇਸ਼ਨਾਂ ਨਿਕਲ ਕੇ ਕਿਸੇ ਦਾਇਰੇ ਤਾਈਂ ਫੈਲਦੀਆਂ ਹਨ। ਉਸ ਦਾਇਰੇ ਨੂੰ ਔਰਾ ਕਿਹਾ ਜਾਂਦਾ ਹੈ ਤੇ ਜਿਹੜਾ ਵੀ ਉਸ ਔਰੇ ਦੇ ਵਿੱਚ ਦਾਖਲ ਹੁੰਦਾ ਹੈ, ਉਹ ਚੰਗੀਆਂ ਜਾਂ ਮਾੜੀਆਂ ਵਾਈਬ੍ਰੇਸ਼ਨਸ ਦਾ ਅਸਰ ਸਾਡੇ ਮਨ ਉੱਤੇ ਪੈਂਦਾ ਹੈ ਜਿਸ ਵੀ ਔਰੇ ਵਿੱਚ ਅਸੀਂ ਦਾਖਲ ਹੁੰਦੇ ਹਾਂ। ਪਰ ਇਹ ਪਤਾ ਨਹੀਂ ਲੱਗਦਾ, ਚੁੱਪ-ਚੁਪੀਤੇ ਇਸ ਦਾ ਅਸਰ ਹੁੰਦਾ ਹੈ, ਪਰ ਅਸਰ ਹੁੰਦਾ ਜ਼ਰੂਰ ਹੈ। ਤੇ ਜਿਹੜੇ ਔਰੇ 'ਚ ਅਸੀਂ ਬਾਰ-ਬਾਰ ਵਿਚਰਦੇ ਹਾਂ, ਸਮਾਂ ਪਾ ਕੇ ਅਭਿਆਸ ਨਾਲ ਉਹ ਅਸਰ ਡੂੰਘਾ, ਤੀਬਰ ਤੇ ਸ਼ਕਤੀਮਾਨ ਹੁੰਦਾ ਜਾਂਦਾ ਹੈ। ਸੋ ਕਾਇਨਾਤ ਵਿੱਚ ਵੱਖ-ਵੱਖ ਦੋ ਮੰਡਲ ਹਨ, ਇੱਕ ਆਤਮਿਕ ਮੰਡਲ, ਇੱਕ ਮਾਇਕੀ ਮੰਡਲ। ਇਹ ਦੋਵੇਂ ਮੰਡਲ ਇੱਕ ਦੂਜੇ ਦੇ ਉਲਟ ਹਨ। ਇੱਕ ਪਾਸੇ ਆਤਮਿਕ ਮੰਡਲ ਵਿੱਚ ਦੈਵੀ ਗੁਣਾਂ ਦੀ ਪ੍ਰਵਿਰਤੀ ਤੇ ਪ੍ਰਗਟਾਵਾ ਹੈ ਤੇ ਦੂਸਰੇ ਪਾਸੇ ਮਾਇਕੀ ਮੰਡਲ ਵਿੱਚ ਔਗਣਾਂ ਦਾ ਬੋਲਬਾਲਾ ਤੇ ਵਰਤਾਰਾ ਹੈ। ਇਸ ਲਈ ਜੇ ਅਸੀਂ ਆਪਣੇ ਜੀਵਨ ਨੂੰ ਚੰਗੇਰਾ, ਉਚੇਰਾ, ਸੋਹਣੇਰਾ ਤੇ ਦੈਵੀ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਪਹਿਲਾਂ ਮਾਇਕੀ ਮੰਡਲ ਅਥਵਾ ਦੁਨੀਆਦਾਰੀ ਵਿੱਚ ਗਲਤਾਨ ਹੋਏ ਮਨਮੁੱਖਾਂ ਦੀ ਸੰਗਤ ਤਿਆਗਣੀ ਪਵੇਗੀ। ਹਾਂਜੀ, ਕਿਉਂਕਿ ਇੱਕ ਪਾਸੇ ਹੈ ਮਾਇਕੀ ਮੰਡਲ ਵਿੱਚ ਔਗਣਾਂ ਦਾ ਬੋਲਬਾਲਾ ਤੇ ਵਰਤਾਰਾ ਹੈ। ਸੋ ਜੇ ਅਸੀਂ ਆਪਣੇ ਜੀਵਨ ਨੂੰ ਚੰਗੇਰਾ, ਉਚੇਰਾ, ਸੋਹਣੇਰਾ ਤੇ ਦੈਵੀ ਬਣਾਉਣਾ ਚਾਹੁੰਦੇ ਹਾਂ ਤਾਂ ਪਹਿਲਾਂ ਸਾਨੂੰ ਮਾਇਕੀ ਮੰਡਲ ਅਥਵਾ ਦੁਨੀਆਦਾਰੀ ਵਿੱਚ ਗਲਤਾਨ ਹੋਏ ਮਨਮੁੱਖਾਂ ਦੀ ਸੰਗਤ ਤਿਆਗਣੀ ਪਵੇਗੀ, ਕਿਉਂਕਿ ਮਨਮੁੱਖ ਜਾਂ ਦੁਨੀਆਦਾਰ ਮਾਇਕੀ ਮੰਡਲ ਵਿੱਚ ਵਿਚਰਦੇ ਹਨ। ਉਹਨਾਂ ਦੇ ਔਰੇ ਦੇ ਵਿਚਕਾਰ, ਉਹਨਾਂ ਦੀਆਂ ਮਾਨਸਿਕ ਕਿਰਨਾਂ ਦਾ ਵਿਚਕਾਰ ਔਗਣਾਂ ਦਾ ਹੀ ਬੋਲਬਾਲਾ ਹੁੰਦਾ ਹੈ। ਪਿੱਛੇ ਅਸੀਂ ਪੜ੍ਹਿਆ ਕਿ ਜਿਹੋ ਜਿਹੇ ਔਰੇ ਵਿੱਚ ਦਾਖਲ ਹੁੰਦੇ ਹਾਂ, ਉਹਨਾਂ ਦਾ ਮਾਨਸਿਕ ਕਿਰਨਾਂ ਦਾ ਅਸਰ ਚੁੱਪ-ਚੁਪੀਤੇ ਹੁੰਦਾ ਹੈ। ਸੋ ਦੁਨੀਆਦਾਰ ਜਾਂ ਸਾਕਤ ਪੁਰਸ਼ਾਂ ਦੀ ਸੰਗਤ ਦੇ ਅਸਰ ਵੀ, ਉਹਨਾਂ ਦਾ ਮਾੜਾ ਅਸਰ ਚੁੱਪ-ਚੁਪੀਤੇ ਸਾਡੇ ਮਨ ਤੇ ਪੈਂਦਾ ਹੈ, ਜਿਸ ਦਾ ਸਾਨੂੰ ਪਤਾ ਨਹੀਂ ਲੱਗਦਾ। ਸੋ ਇਸ ਲਈ ਗੁਰਬਾਣੀ ਵਿੱਚ ਸਾਨੂੰ ਮਾਇਕੀ ਮੰਡਲ ਅਥਵਾ ਦੁਨੀਆਦਾਰੀ ਵਿੱਚ ਗਲਤਾਨ ਹੋਏ ਮਨਮੁੱਖਾਂ ਦੀ ਸੰਗਤ ਤੋਂ ਬਚਣ ਦਾ ਹੁਕਮ, ਤੇ ਦੂਸਰਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਕਰਨੀ ਪਵੇਗੀ, ਕਿਉਂਕਿ ਮਹਾਂਪੁਰਖ ਆਤਮਿਕ ਮੰਡਲ ਵਿੱਚ ਵਿਚਰਦੇ ਹਨ। ਉਹਨਾਂ ਦੇ ਔਰੇ ਵਿੱਚ ਦੈਵੀ ਗੁਣਾਂ ਦਾ ਬੋਲਬਾਲਾ ਹੁੰਦਾ ਹੈ। ਸੋ ਇਸ ਦਾ ਮਤਲਬ ਇਹ ਹੈ ਕਿ ਸਾਨੂੰ ਪਹਿਲੀ ਪੁਰਾਣੀ ਜੀਵਨ ਰੋੜ ਦੇ ਹਰ ਪੱਖ ਅਥਵਾ ਖਿਆਲ, ਸੋਚਣੀ, ਚਿਤਵਨੀ, ਨਿਸ਼ਚਾ, ਟੇਕ, ਜੀਵਨ ਸੇਧ, ਰੁਚੀਆਂ, ਰੀਝਾਂ, ਗਿਆਨ, ਕਰਮ, ਆਦਤਾਂ, ਸੁਭਾਅ, ਆਚਰਣ ਆਦਿ ਬਦਲਣੇ ਪੈਣਗੇ ਅਤੇ ਉਹਨਾਂ ਤੋਂ ਐਨ ਉਲਟ ਆਤਮਿਕ ਮੰਡਲ ਅਥਵਾ ਉੱਤਮ ਸੰਗਤ ਦੇ ਦੈਵੀ ਗੁਣ ਧਾਰਨੇ ਪੈਣਗੇ, ਜਿਹਾ ਕਿ ਸ਼ਰਧਾ ਭਾਵਨੀ, ਪ੍ਰੇਮ ਭਾਵਨਾ, ਦਇਆ, ਸਤ, ਸੰਤੋਖ, ਧੀਰਜ, ਖਿਮਾ, ਨਿਮਰਤਾ, ਵਿਸ਼ਾਲਤਾ, ਮੈਤਰੀ ਭਾਵ, ਸੇਵਾ ਭਾਵ, ਆਪਾ ਵਾਰਨਾ ਆਦਿ। ਸੋ ਇਹ ਸਾਰੇ ਆਤਮਿਕ ਮੰਡਲ ਦੇ ਦੈਵੀ ਗੁਣ ਮਹਾਂਪੁਰਖਾਂ ਦੀ ਸੰਗਤ ਵਿੱਚ ਵਰਤਦੇ ਹਨ। ਇਸੇ ਲਈ ਗੁਰਬਾਣੀ ਵਿੱਚ ਸਾਧ ਸੰਗਤ ਅਥਵਾ ਬਖਸ਼ੇ ਹੋਏ ਗੁਰਮੁਖ ਜਨਾਂ ਦੀ ਸੰਗਤ ਕਰਨ ਦੀ ਸਾਨੂੰ ਪ੍ਰੇਰਨਾ ਤੇ ਤਾਕੀਦੀ ਹੁਕਮ ਹੈ। ਸੰਤ ਜਨੋਂ ਮਿਲ ਪਾਈਓ, ਸੱਚਾ ਨਾਮ ਸਮਾਲ, ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ। ਹਾਂਜੀ, ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ। ਜਿਉਂ-ਜਿਉਂ ਉਹ ਵਧਾਈ ਹੈ, ਤਿਉਂ-ਤਿਉਂ ਹਰਸਿਉ ਰੰਗ। ਮਨ ਪਿਆਰਿਆ ਜੀਉ ਮਿੱਤਰਾ, ਕਰ ਸੰਤਾਂ ਸੰਗ ਨਿਵਾਸੋ। ਆਵੋ ਸੰਤੋ ਮਿਲ ਨਾਮ ਜਪਾਹਾ, ਵਿੱਚ ਸੰਗਤ ਨਾਮ ਸਦਾ ਲੈ ਲਾਹਾ। ਸਾਧੂ ਸੰਗ ਕਰੋ ਸਭ ਕੋਏ, ਸਦਾ ਕਲਿਆਣ ਫਿਰ ਦੁੱਖ ਨਾ ਹੋਏ।
ਤਿਤ ਜਾਏ ਬਹੁ ਸਤਸੰਗਤੀ, ਜਿੱਥੇ ਹਰ ਕਾ ਹਰ ਨਾਮ ਬਿਲੋਈਐ, ਸਹਿਜੇ ਹੀ ਹਰ ਨਾਮ ਲਿਓ ਹਰ ਤਤ ਨ ਖੋਈਐ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮੈ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਸੰਤ ਜਨਾ ਕੇ ਸੰਗ ਮਿਲ ਬੌਰੇ, ਤਉ ਪਾਵੈ ਮੋਖ ਦੁਆਰ। साधन का संग साध स्यों गोष्ठ, हर साधन स्यों लिवलाम। कबीर संत की गैल न छोड़िए, मार्ग लागा जाऊं, पेखत ही पुनीत होए, भेटत जपिए नाम। सो अकाल पुरख प्रेम स्वरूप है। ਪ੍ਰੇਮ ਦੀਆਂ ਭਾਵਨਾਵਾਂ ਆਪਣੇ ਆਪ ਵਿੱਚ ਸੰਪੂਰਨ ਨਹੀਂ ਹੋ ਸਕਦੀਆਂ। ਪ੍ਰੇਮ ਭਾਵਨਾਵਾਂ ਦੀ ਪ੍ਰਵਿਰਤੀ ਅਤੇ ਸੰਪੂਰਨਤਾ ਲਈ ਪ੍ਰੇਮ ਦੇ ਦੋ ਪੱਖ ਲੋੜੀਂਦੇ ਹਨ। ਇੱਕ ਪਾਸੇ ਪਿਆਰ ਕਰਨਾ ਤੇ ਦੂਜੇ ਪਾਸੇ ਜਿਹੜਾ ਪਿਆਰ ਕਰਦਾ ਹੈ ਉਸ ਦੇ ਪ੍ਰੇਮ ਨੂੰ ਗ੍ਰਹਿਣ ਕਰਕੇ ਉਸ ਦੇ ਜਵਾਬ ਵਿੱਚ ਪ੍ਰੇਮ ਦੁਆਰਾ ਪ੍ਰਤੀਕਰਮ ਰਿਸਪੌਂਸ ਦਿਖਾਉਣਾ। ਇਸ ਲਈ ਪਿਰਮ ਖੇਲ ਵਿੱਚ ਦੋ ਜੀਵ ਆਤਮਾਵਾਂ ਦਾ ਅੰਤਰਾਤਮੇ ਮੇਲ ਜੋਲ, ਸੰਗ, ਸਾਂਝ, ਲੇਵਾ ਦੇਵੀ ਵਿਵਹਾਰ ਹੋਣਾ ਲਾਜ਼ਮੀ ਹੈ। ਇਸ ਪਿਰਮ ਖੇਲ ਲਈ ਦੋ ਪ੍ਰੇਮੀਆਂ ਦੀ ਲੋੜ ਹੈ। ਇੱਕ ਪਾਸੇ ਪ੍ਰੇਮ ਕਰਤਾ ਹੈ ਤੇ ਦੂਜੇ ਪਾਸੇ ਮਹਿਬੂਬ ਹੈ। ਇਹ ਦੋਹਾਂ ਪ੍ਰੇਮੀਆਂ ਵਿਚਕਾਰ ਪ੍ਰੇਮ ਦੀਆਂ ਲਹਿਰਾਂ, ਭਾਵਨਾਵਾਂ, ਵਲਵਲਿਆਂ, ਕੋਮਲ ਤਰੰਗਾਂ, ਪ੍ਰੇਮ ਸਵੈਪਨਾਂ ਨੂੰ ਹੀ ਪ੍ਰੀਤ ਡੋਰੀ, ਪ੍ਰੀਤ ਇੰਡੋਲੇ, ਪ੍ਰੀਤ ਬੋਲੀ, ਪ੍ਰੇਮ ਲੇਵਾ ਦੇਵੀ, ਪ੍ਰੇਮ ਵਣਜ, ਪਿਰਮ ਖੇਲ ਵਸਲ ਕਿਹਾ ਜਾਂਦਾ ਹੈ। ਸੋ ਸਾਰੀ ਕਾਇਨਾਤ ਦੇ ਜੀਵਾਂ ਦਾ ਪ੍ਰੇਮੀ ਅਕਾਲ ਪੁਰਖ ਹੈ। ਤਦੇ ਉਸ ਨੂੰ ਗੁਰਬਾਣੀ ਵਿੱਚ ਪ੍ਰੇਮ ਪੁਰਖ ਅਤੇ ਅਤ ਪ੍ਰੀਤਮ ਕਿਹਾ ਗਿਆ ਹੈ। ਇਸ ਇਲਾਹੀ ਪਿਰਮ ਖੇਲ ਦੇ ਅਖਾੜੇ ਨੂੰ ਸੰਪੂਰਨ ਕਰਨ ਲਈ ਅਕਾਲ ਪੁਰਖ ਨੇ ਆਪਣੀ ਜੋਤ ਜੀਵਾਂ ਵਿੱਚ ਧਰ ਕੇ ਆਪਣੀ ਅੰਸ਼ ਅਥਵਾ ਆਤਮਿਕ ਪਰਿਵਾਰ ਸਾਜਿਆ ਅਤੇ ਇਸ ਆਤਮਿਕ ਪਰਿਵਾਰ ਨਾਲ ਮਾਂ-ਬਾਪ ਦੀ ਤਰ੍ਹਾਂ ਪਿਆਰ ਕਰਦਾ ਤੇ ਲਾਡ ਲਡਾਉਂਦਾ ਹੈ। ਖੇਲ ਖਿਲਾਏ ਲਾਡ ਲਡਾਵੇ, ਸਦਾ ਸਦਾ ਅੰਦਾਈ, ਪ੍ਰਿਤਪਾਲੈ ਬਾਰਕ ਕੀ ਨਿਆਈ, ਜੈਸੇ ਮਾਤ ਪਿਤਾਈ। ਸੋ ਭਾਵੇਂ ਸਾਡਾ ਆਤਮਿਕ ਮਾਤਾ ਪਿਤਾ ਆਪਣੀ ਅੰਸ਼ ਬੱਚਿਆਂ ਅਥਵਾ ਜੀਵਾਂ ਨਾਲ ਲਾਡ ਲਡਾਉਂਦਾ ਹੈ, ਖੇਲ ਖਿਲਾਉਂਦਾ ਹੈ, ਪ੍ਰਿਤਪਾਲਦਾ ਹੈ, ਨਿਤ ਸਾਰ ਸੰਭਾਲਦਾ ਹੈ, ਅਵਗੁਣ ਕੋ ਨਾ ਚਿਤਾਰਦਾ ਹੈ, ਪਿਆਰ ਕਰਦਾ ਹੈ, ਪ੍ਰੀਤ ਡੋਰੀ ਨਾਲ ਖਿੱਚਦਾ ਹੈ, ਪਰ ਅਸੀਂ ਇਸ ਦੀਸਣਹਾਰ ਮਾਇਕੀ ਦੁਨੀਆ ਦੀ ਸੰਗਤ ਵਿੱਚ ਇਤਨੇ ਗਲਤਾਨ ਹੋ ਗਏ ਹਾਂ ਕਿ ਅਸੀਂ ਆਪਣੇ ਪ੍ਰੀਤਮ ਅਥਵਾ ਦੈਵੀ ਮਾਂ-ਬਾਪ ਨੂੰ ਹੀ ਭੁੱਲ ਗਏ ਹਾਂ। ਇਸ ਭੁੱਲ ਅਥਵਾ ਨਾਸਤਿਕਤਾ ਦੀ ਵਜ੍ਹਾ ਨਾਲ ਪ੍ਰੀਤਮ ਪ੍ਰੇਮ ਪੁਰਖ ਅਥਵਾ ਇਲਾਹੀ ਮਾਤਾ ਪਿਤਾ ਨਾਲੋਂ ਸਾਡਾ ਮਾਨਸਿਕ ਸੰਬੰਧ ਟੁੱਟ ਗਿਆ ਹੈ। ਹਾਂਜੀ, ਇਸ ਭੁੱਲ ਕਾਰਨ, ਇਸ ਭੁੱਲ ਜਾਂ ਨਾਸਤਿਕਤਾ ਦੀ ਵਜ੍ਹਾ ਨਾਲ ਉਸ ਪ੍ਰੀਤਮ ਪ੍ਰੇਮ ਪੁਰਖ ਅਥਵਾ ਇਲਾਹੀ ਮਾਤਾ ਪਿਤਾ ਨਾਲੋਂ ਸਾਡਾ ਮਾਨਸਿਕ ਸੰਬੰਧ ਟੁੱਟ ਗਿਆ ਹੈ। ਇਸ ਤਰ੍ਹਾਂ ਆਪਣੇ ਪ੍ਰੀਤਮ ਅਥਵਾ ਪ੍ਰੇਮ ਪੁਰਖ ਤੋਂ ਬੇਮੁਖ ਹੋ ਕੇ ਅਸੀਂ ਉਸ ਦੀ ਇਲਾਹੀ ਨਿੱਗੀ ਗੋਦ, ਰੱਬੀ ਹਜ਼ੂਰੀ, ਰੱਬੀ ਸਰਪ੍ਰਸਤੀ, ਰੱਬੀ ਹਮਦਰਦੀ, ਰੱਬੀ ਪਿਆਰ, ਰੱਬੀ ਦਾਤਾਂ, ਰੱਬੀ ਸ਼ਕਤੀ, ਰੱਬੀ ਲਾਡ, ਪਿਰਮ ਰਸ, ਇਲਾਹੀ ਰੰਗ, ਰੱਬੀ ਖੇੜਾ, ਰੱਬੀ ਚਾਉ, ਰੱਬੀ ਸਾਂਝ ਤੇ ਆਪਣੇ ਇਲਾਹੀ ਵਿਰਸੇ ਤੋਂ ਵਾਂਝਿਆ ਰਹਿੰਦੇ ਹਾਂ। हम बारक दीन पिता प्रभ मेरे, ज्यों जाने त्यों पारै, जब पूखो तब भोजन मांगै, अघाए सूख संगारै, तब अरोग, जब तुम संग बसतो, छुटकत होए रवारो। रब्बी प्रेम तार अथवा नाम नालों टुट के असी इलाही हजूरी दी संगत नहीं कर सकते। हाँ जी, रब्बी प्रेम तार अथवा नाम नालों टुट के ਅਸੀਂ ਰੱਬੀ ਹਜ਼ੂਰੀ ਦੀ ਸੰਗਤ ਨਹੀਂ ਕਰ ਸਕਦੇ ਅਤੇ ਸਾਡੀ ਆਤਮਿਕ ਮੰਡਲ ਵਿੱਚ ਲੇਵਾ ਦੇਵੀ ਅਥਵਾ ਵਣਜ ਵਪਾਰ ਨਹੀਂ ਹੋ ਸਕਦਾ ਅਤੇ ਅਤ ਪ੍ਰੀਤਮ ਦੀ ਪਿਆਰ ਭਾਵਨਾਵਾਂ ਨੂੰ ਗ੍ਰਹਿਣ ਕਰਨ ਤੋਂ ਅਸਮਰੱਥ ਹਾਂ। ਇਸ ਲਈ ਅਸੀਂ ਇਲਾਹੀ ਪਿਆਰ ਦਾ ਜਵਾਬ ਵੀ ਨਹੀਂ ਦੇ ਸਕਦੇ। ਜੀਵ ਦੇ ਅੰਦਰ ਇਲਾਹੀ ਜੋਤ ਦਾ ਸਦਕਾ ਪ੍ਰੇਮ ਅੰਸ਼ ਦੀ ਮੌਜੂਦ ਹੈ, ਜਿਸ ਕਾਰਨ ਜੀਵ ਨੂੰ ਵੀ ਕਿਸੇ ਹੋਰ ਜੀਵ ਨਾਲ ਪਿਆਰ ਖਿੱਚ ਦੁਆਰਾ ਸੰਗਤ ਕਰਨ ਦੀ ਲੋੜ ਪਾਸਦੀ ਹੈ। ਸੋ ਇਸ ਲਈ ਜੀਵ ਆਪਣੇ ਵਰਗੇ ਹੋਰ ਟੁੱਟਿਆ ਹੋਇਆਂ ਮਾਇਆ ਧਾਰੀ ਜੀਵਾਂ ਨਾਲ ਸੰਗ ਕਰਦਾ ਹੈ। ਹਾਂਜੀ,
ਪਿੱਛੇ ਅਸੀਂ ਪੜ੍ਹਿਆ ਕਿ ਪ੍ਰੇਮ ਖੇਲ ਦੀ ਸੰਪੂਰਨਤਾ ਲਈ ਪਰਮਾਤਮਾ ਨੇ ਉਹ ਪ੍ਰੇਮ ਡੋਰੀ ਸਾਡੇ ਅੰਦਰ ਪਾਈ ਸੀ ਤਾਂ ਕਿ ਉਸ ਦੀ ਪ੍ਰੇਮ ਖਿੱਚ ਨੂੰ ਮਹਿਸੂਸ ਕਰਕੇ ਉਸ ਦਾ ਰਿਸਪਾਂਸ ਦੇ ਸਕੀਏ। ਪਰ ਅਸੀਂ ਆਪਣੇ ਵਰਗੇ ਹੋਰ ਟੁੱਟਿਆਂ ਹੋਇਆਂ ਮਾਇਆਧਾਰੀ ਜੀਵਾਂ ਨਾਲ ਸੰਗ ਕਰਦੇ ਹਾਂ, ਮੋਹ ਵਧਾਉਂਦੇ ਹਾਂ, ਮੇਲ ਜੋਲ ਕਰਦੇ ਹਾਂ, ਵਿਵਹਾਰ ਕਰਦੇ ਹਾਂ, ਫਿਰ ਧੋਖੇ ਵੀ ਖਾਂਦੇ ਹਾਂ, ਪਛਤਾਉਂਦੇ ਹਾਂ ਤੇ ਨਿਤ ਟੋਟੇ ਚੱਲਦੇ ਹਾਂ ਅਤੇ ਇਸੇ ਝੂਠੇ ਵਣਜ ਵਪਾਰ ਵਿੱਚ ਗਲਤਾਨ ਹੋ ਕੇ ਖੁਆਰ ਹੁੰਦੇ ਹਾਂ। ਹਉਮੈ ਮਮਤਾ ਮੋਹਣੀ ਮਨਮੁੱਖਾਂ ਨੂੰ ਗਈ ਖਾਏ, ਜੋ ਮੋਹ ਦੂਜੇ ਚਿਤਲਾਏ ਦੇ ਤਿਨਾ ਵਿਆਪ ਰਹੀ ਲਿਪਟਾਏ। ਜੋ ਮੋਹ ਮਾਇਆ ਚਿਤਲਾਏ ਦੇ ਮੇਰੀ ਜਿੰਦੜੀਏ, ਸੇ ਅੰਤ ਗਏ ਪਛਤਾਣੇ ਰਾਮ। ਜੋ ਮੋਹ ਮਾਇਆ ਚਿਤਲਾਉ ਦੇ ਮੇਰੀ ਜਿੰਦੜੀਏ, ਸੇ ਅੰਤ ਗਏ ਪਛਤਾਣੇ ਰਾਮ। ਮਨਮੁਖ ਸੇਤੀ ਦੋਸਤੀ ਥੋੜੜਿਆਂ ਦਿਨ ਚਾਰ, ਇਸ ਪ੍ਰੀਤੀ ਟੁੱਟ ਦੀ ਵਿਲਮ ਨਾ ਹੋਵਈ, ਇਤ ਦੋਸਤੀ ਚਲਨ ਵਿਕਾਰ। ਸਾਕਤ ਸਿਉ ਮੁਖ ਜੋਰੀਐ, ਅਧ ਵਿੱਚੋਂ ਟੁੱਟੈ। ਮਨਮੁਖਾਂ ਕੇਰੀ ਦੋਸਤੀ, ਮਾਇਆ ਕਾ ਸੰਬੰਧ। ਵੇਖਦਿਆਂ ਹੀ ਭੱਜ ਜਾਣ, ਕਦੇ ਨਾ ਪਾਇਨ ਬੰਦ। ਜਿਚਰ ਪੈਨਨ ਖਾਵਨੇ, ਤਿਚਰ ਰੱਖਣ ਗੰਢ। ਹਾਂਜੀ, ਮਨਮੁਖਾਂ ਦੀ ਦੋਸਤੀ ਜਿਚਰ ਪੈਨਨ ਖਾਵਨੇ, ਤਿਚਰ ਰੱਖਣ ਗੰਢ। ਜਿਤ ਦਿਨ ਕਿਛ ਨਾ ਹੋਵਈ, ਤਿਤ ਦਿਨ ਬੋਲਨ ਗੰਧ। ਜੀ ਕੀ ਸਾਰ ਨਾ ਜਾਣਨੀ, ਮਨਮੁਖ ਅਗਿਆਨੀ ਅੰਧ। ਇਸ ਲਈ ਗੁਰਬਾਣੀ ਵਿੱਚ ਜੀਵਾਂ ਨੂੰ ਰੱਬ ਨਾਲੋਂ ਟੁੱਟਿਆਂ ਮਨਮੁੱਖਾਂ, ਦੁਨੀਆਦਾਰਾਂ ਅਥਵਾ ਸਾਖਤਾਂ ਦੀ ਸੰਗਤ ਤੋਂ ਬਚਣ ਦੀ ਤਾੜਨਾ ਕੀਤੀ ਗਈ ਹੈ। ਤੇ ਸਾਖਤ ਚੋਰ ਜਿਨ੍ਹਾਂ ਨਾਮ ਵਿਸਾਰਿਆ, ਮਨ ਤਿਨਕੈ ਨਿਕਟ ਨ ਪਿਟੀਐ। ਸਾਖਤ ਸੰਗ ਨ ਕੀਜਈ ਪਿਆਰੇ, ਜੇ ਕਾ ਪਾਰ ਵਸਾਏ। ਜਿਸ ਮਿਲੀਐ ਹਰ ਵਿਸਰੈ ਪਿਆਰੇ, ਸੋ ਮੋਹ ਕਾਲੇ ਉੱਠ ਜਾਏ। ਕੁਸੰਗਤ ਬਹਿ ਸਦਾ ਦੁਖ ਪਾਵੈ, ਦੁਖੋ ਦੁਖ ਕਮਾਇਆ। ਨਾਨਕ ਕਚੜਿਆਂ ਸਿਉ ਤੋੜ, ਢੂੰਡ ਸਜਣ ਸੰਤ ਪੱਕਿਆ। ਕਬੀਰ ਮਾਰੀ ਮਰੋਂ ਕੁਸੰਗ ਕੀ, ਕੇਲੇ ਨਿਕਟ ਜੋ ਬੇਰ। ਉਹ ਚੂਲੇ ਉਹ ਚੀਰੀਐ, ਸਾਕਤ ਸੰਗ ਨਾ ਹੇਰ। ਕਬੀਰ ਸਾਕਤ ਸੰਗ ਨਾ ਕੀਜੀਐ, ਦੂਰੈ ਜਾਈਐ ਭਾਗ। ਹਾਂਜੀ, ਦੂਰੈ ਜਾਈਐ ਭਾਗ। ਬਾਸਨਕਾਰੋ ਪਰਸੀਐ, ਤਉ ਕਿਛ ਲਾਗੈ ਦਾਗ। ਦੂਜੇ ਲਫ਼ਜ਼ਾਂ ਵਿੱਚ ਜੀਵ ਦੇ ਅੰਤਰ ਆਤਮੇ ਪ੍ਰੇਮ ਅੰਸ਼ ਦੀ ਕਣੀ ਹੋਣ ਕਾਰਨ ਹਰ ਇੱਕ ਜੀਵ ਦੇ ਅੰਦਰ ਵੀ ਪ੍ਰੇਮ ਤਾਰ ਜਾਂ ਪ੍ਰੇਮ ਖਿੱਚ ਬਣੀ ਹੋਈ ਹੈ, ਜਿਸ ਦੀ ਵਜ੍ਹਾ ਨਾਲ ਹਰ ਇੱਕ ਜੀਵ ਦੇ ਅੰਦਰ ਅਣਜਾਣੇ ਹੀ ਇਹ ਪ੍ਰੇਮ ਦੀ ਤੁਕ-ਤੁਕੀ ਅਥਵਾ ਤਾਂਗ ਲੱਗੀ ਰਹਿੰਦੀ ਹੈ। ਸੋ ਇਸ ਪ੍ਰੇਮ ਸਵੈਪਨਾ ਦੀ ਪੂਰਤੀ ਲਈ ਜੀਵ ਨੂੰ ਵੀ ਕਿਸੇ ਹੋਰ ਜੀਵ ਦੇ ਮੇਲ ਜੋਲ, ਸੰਗ ਅਥਵਾ ਸੰਗਤ ਕਰਨ ਦੀ ਲੋੜ ਭਾਸਦੀ ਹੈ, ਜਿਸ ਨਾਲ ਉਹ ਆਪਣੇ ਅੰਦਰਲੇ ਪ੍ਰੇਮ ਵਲਵਲਿਆਂ ਦੀ ਸਾਂਝ ਅਤੇ ਲੇਵਾ ਦੇਵੀ ਕਰ ਸਕੇ। ਸੋ ਇਹ ਇਲਾਹੀ ਨਿਰਮਲ ਪ੍ਰੇਮ ਚਿੜੰਗ ਜਦ ਮਾਇਕੀ ਦੁਨੀਆ ਵਿੱਚ ਮਾਂ ਬੱਚੇ, ਭੈਣ ਭਰਾ, ਇਸਤਰੀ ਮਰਦ, ਮਿੱਤਰ ਤਾਈ ਆਦਿ ਸੰਬੰਧਾਂ ਦੁਆਰਾ ਪ੍ਰਗਟ ਹੁੰਦੀ ਹੈ ਤਾਂ ਇਹ ਮਾਇਕੀ ਰੰਗਤ ਵਿੱਚ ਪ੍ਰਵਿਰਤ ਹੁੰਦੀ ਹੈ। ਨਿਰਮਲ ਚੜੰਗ ਵੀ ਮਲੀਨ ਹੋ ਜਾਂਦੀ ਹੈ, ਜਿਸ ਨੂੰ ਗੁਰਬਾਣੀ ਵਿੱਚ ਮੋਹ ਮਮਤਾ ਕਿਹਾ ਗਿਆ ਹੈ। ਫਿਰ ਦੁਹਰਾ ਦਈਏ ਕਿ ਇਹ ਇਲਾਹੀ ਨਿਰਮਲ ਪ੍ਰੇਮ ਚੜੰਗ ਜਦ ਮਾਇਕੀ ਦੁਨੀਆ ਵਿੱਚ ਮਾਂ ਬੱਚੇ ਦੁਆਰਾ ਜਾਂ ਭੈਣ ਭਰਾ ਜਾਂ ਇਸਤਰੀ ਮਰਦ ਜਾਂ ਮਿੱਤਰਤਾਈ ਆਦਿ ਸੰਬੰਧਾਂ ਦੁਆਰਾ ਪ੍ਰਗਟ ਹੁੰਦੀ ਹੈ ਤਾਂ ਇਹ ਮਾਇਕੀ ਰੰਗਤ ਵਿੱਚ ਪ੍ਰਵਿਰਤ ਹੁੰਦੀ ਹੈ, ਜਿਸ ਨੂੰ ਗੁਰਬਾਣੀ ਵਿੱਚ ਮੋਹ ਮਮਤਾ ਕਿਹਾ ਗਿਆ ਹੈ। ਤ੍ਰਿਸ਼ਨਾ ਮਾਇਆ ਮੋਹਣੀ ਸੁਤ ਬੰਦਪ ਕਰਨਾਰ, ਤਨ ਜੋ ਬਨ ਜਗ ਠੱਗਿਆ, ਲਬ ਲੋਭ ਅਹੰਕਾਰ, ਮੋਹ ਠਗੋਲੀ ਹਉ ਮੋਈ, ਸਾਵਰਤੈ ਸੰਸਾਰ। ਮੋਹ ਝੂਠ ਪਸਾਰਾ, ਝੂਠ ਕਾ ਝੂਠੇ ਲਪਟਾਏ। ਮੋਹ ਕੁਟੰਬ ਮੋਹ ਸਬਕਾਰ, ਵੱਡ ਪਰਿਵਾਰ ਪੂਤ ਅਰਤੀਆ, ਮੋਹ ਪਚੇ ਪਚ ਅੰਧਾ ਮੂਆ। ਸੋ ਕਾਇਨਾਤ ਦੇ ਸਾਰੇ ਜੀਵ ਇਸ ਮਾਇਕੀ ਝੂਠੇ ਸੰਸਾਰ ਵਿੱਚ ਹੀ ਗਲਤਾਨ ਹਨ,
ਜਿਸ ਦੀ ਬਾਬਤ ਗੁਰਬਾਣੀ ਵਿੱਚ ਇਉਂ ਤਾੜਨਾ ਕੀਤੀ ਗਈ ਹੈ। ਬਲੂਆ ਕੇ ਗ੍ਰਹਿ ਪੀਤਰ ਬਸੈ, ਅਨੰਦ ਕੇਲ ਮਾਇਆ ਰੰਗ ਰਸੈ, ਦ੍ਰਿੜ ਕਰ ਮਾਨੈ ਮਨੈ ਪ੍ਰਤੀਤ, ਕਾਲ ਨਾ ਆਵੇ ਮੂੜੇ ਚੀਤ। ਦ੍ਰਿੜ ਕਰ ਮਾਨੈ ਮਨੈ ਪ੍ਰਤੀਤ, ਕਾਲ ਨਾ ਆਵੇ ਮੂੜੇ ਚੀਤ। बैर विरोध काम क्रोध मोह, झूठ विकार महालोभ त्रोह, इयाऊं जुगत बिहाने कई जन्म। महाभयान उद्यान नगर कर मानिया, झूठ समगरी पेख सच कर जानिया। जग झूठे को साच जान कै, तांस्यों रुच उपजाई, आशा परम विकार मोह, इनमें लोबाना, झूठ समगरी मन वसी पार ब्रह्म न जाना। सो जिस तरह बिजली की रोशनी तो निर्मल होंदी है, पर उसका बारमुखी प्रगटावा बल्ब की रंगत अनुसार होंदा है, उसे तरह बारमुखी मानसिक ख्यालों वलवलियां ते भावनावां की रंगत नाल परस के अथवा संग करके ये निर्मल आत्मक प्रेम स्वैपनावां भी मोह ममता का स्वरूप धार के मलीन कूड़ियां ते दुखदाई हो जांदियां हन। फिर दोहरा दईए, प्रेम स्वैपना तो रब ने निर्मल पाई सी, पर बारमुखी मानसिक ख्यालों वलवलियां ते भावनावां की रंगत नाल परस के अथवा संग करके ये निर्मल आत्मक प्रेम स्वैपनावां भी मोह ममता का स्वरूप धार के मलीन कूड़ियां ते दुखदाई हो जांदियां हन। जग हਉ मैं मैल दुख पाया, मल लागी दूजे पाए, जो मोह माया चितलाएं दे से छोड़ चले दुख रोए। जेता मोह प्रीत स्वाद, सब्बा कालख दागा दाग। जेता मोह प्रीत स्वाद, सब्बा कालख दागा दाग। दाग दोष मोह चलिया लाए, दरगह बैसण नाही जाए। हाँ जी, दाग दोष मोह चलिया लाए, दरगह बैसण नाही जाए। मोहबाद अहंकार सर पर रुनिया, सुख ना पायन मूल नाम विछुनिया। अंतर लोभ मन मैले, मल लाए, मैले कर्म करे दुख पाए। माया मोह सबल है भारी, मोकालख दाग लगी जै। इस दे ऐन उल्ट बख्शे हुए गुरमुख प्यारियां महापुरखां दी संगत करके उन्हां दी निर्मल आत्मा नाल परस के साडी मायकी मलीन नास्तिक मना उत्ते भी पारस कला वरत सकदी है ते साडे सुक्के सड़े शरदाहीन हिरदियां विच भी शरदा भाव, सिदक, भरोसा अते चाव पुजदा है ते दृढ़ हुंदा है। साध संगत उपजै विश्वास, बाहर भीतर सदा प्रगास। सखी सहेरी संग की सुमत दृढ़ावो, सेवो साधु भाव कर तव निधर पाओ। साध संगत बिना भाव नहीं उपजै, भाव बिन भगत नहीं होए तेरी। हर 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 जस कुमर पावो, मिल सत्संग उमाहा राम। सत्संगत मिले तां दृढ़ता आवे, हर राम नाम निस्तारे। साध संगत पव पाओ सहज बैराग है, साध संगत पै पाए निज कर पाया। सो ऐसे निर्मल होए हिरदियां विच इलाही प्यार, प्रेम भावनावां, प्रेम स्वैपनावां, प्रेम रस, प्रीत खिच दा उपजना सुभावक है। सो फिर दोहरा दईए कि परमात्मा तां सानू प्यार करदा है ते उस दे प्यार दा रिस्पॉन्स देण लई उसने साडे अंदर प्रेम स्वैपनावां पाईयां, पर असी रब्बी प्यार नूं ग्रहण करन तो असमर्थ हो चुके हाँ, क्योंकि असी प्रेम स्वैपनावां दा गलत इस्तेमाल करके मोह माया विच गलतान हो गए। प्रेम दा धीआं पुत्रां भैणां भरावां इस्त्री मर्द संबंधां विच इस्तेमाल कीता। सो बारमुखी भावनावां नाल परस के ये इलाही निर्मल चिड़ंग भी मलीन ते दुखदाई हो गईयां हन। सो हुण बख्शे होए गुरमुख प्यारियां दी जदों असी संगत करदे उन्हां दे औरे विच आंदे हां, उन्हां दी निर्मल आत्मा नाल परस के फिर साढ़े नास्तिक या शरदाहीन मना उत्ते पारस कला वरतदी है ते ये दुखदाई होइयां या मलीन होई प्रेम स्वैपनावां मुड़ निर्मल
ਹਿਰਦੇ ਨਿਰਮਲ ਹੋ ਜਾਂਦੇ ਹਨ ਤੇ ਐਸੇ ਨਿਰਮਲ ਹਿਰਦੇ ਵਿੱਚੋਂ ਫਿਰ ਇਹ ਪ੍ਰੇਮ ਭਾਵਨਾ, ਪ੍ਰੇਮ ਸਵੈਪਨਾਵਾਂ ਦਾ ਮੁੜ ਉਪਜਣਾ ਸੁਭਾਵਕ ਹੈ। ਪ੍ਰੇਮ ਭਗਤ ਨਾਨਕ ਸੁਖ ਪਾਇਆ, ਸਾਧੂ ਸੰਗ ਸਮਾਈ। ਮੇਰੇ ਮਨ ਹਰ ਸਿਉ ਲਾਗੀ ਪ੍ਰੀਤ, ਸਾਧ ਸੰਗ ਹਰ ਹਰ ਜਪਤ ਨਿਰਮਲ ਸਾਚੀ ਰੀਤ। ਨਾਨਕ ਪ੍ਰੀਤ ਲਗੀ ਤਿਨ ਰਾਮ ਸਿਉ, ਭੇਟਤ ਸਾਧ ਸੰਗਾਤ। ਸੱਚੀ ਸੰਗਤ ਸੱਚ ਮਿਲੈ, ਸੱਚੈ ਨਾਏ ਪਿਆਰ। ਸਾਧ ਸੰਗ ਇਨ ਦੁਖ ਤੇ ਨਿਕਸਿਓ, ਨਾਨਕ ਏਕ ਪ੍ਰੀਤ। ਸੰਤਾਂ ਸੰਗਤ ਮਿਲ ਰਹਿ, ਤਾਂ ਸੱਚ ਲੱਗੈ ਪਿਆਰ। ਹਰ ਕੈ ਸੰਤ ਮਿਲ ਰਾਮ ਰਸ ਪਾਇਆ, ਹਮ ਜਨ ਕੈ ਬਲ ਬਲ ਲੈ। ਹਰ ਕੈ ਸੰਤ ਮਨ ਪ੍ਰੀਤ ਲਗਾਈ, ਜਿਉ ਦੇਖੈ ਸਸ ਕਮਲੈ। ਸੰਤ ਮੰਡਲ ਮੈਂ ਨਿਰਮਲ ਰੀਤ, ਸੰਤ ਸੰਗ ਹੋਏ ਏਕ ਪ੍ਰੀਤ। ਸਾਧ ਸੰਗਤ ਸਚਖੰਡ ਵਿੱਚ, ਪ੍ਰੇਮ ਭਗਤ ਪਰਚੈ ਹੋਏ ਮੇਲਾ। ਪਿਰਮ ਪਿਆਲਾ ਸਾਧ ਸੰਗ, ਸ਼ਬਦ ਸੁਰਤ ਅਨਹਦ ਲਿਵ ਲਾਈ। ਇਸ ਤਰ੍ਹਾਂ ਮਾਇਆ ਦੀ ਰੰਗਤ ਨਾਲ ਮਲੀਨ ਅਤੇ ਪਤਤ ਹੋਇਆ ਮਨ ਵੀ ਸਾਧ ਸੰਗਤ ਦੀ ਪਾਵਨ ਛੋਹ ਨਾਲ ਪਵਿੱਤਰ ਅਤੇ ਨਿਰਮਲ ਹੋ ਸਕਦਾ ਹੈ। ਫਿਰ ਦੁਹਰਾ ਦਈਏ ਕਿ ਮਾਇਆ ਦੀ ਰੰਗਤ ਨਾਲ ਮਲੀਨ ਅਤੇ ਪਤਤ ਹੋਇਆ ਮਨ ਵੀ ਸਾਧ ਸੰਗਤ ਦੀ ਪਾਵਨ ਛੋਹ ਨਾਲ ਪਵਿੱਤਰ ਅਤੇ ਨਿਰਮਲ ਹੋ ਸਕਦਾ ਹੈ। ਸਾਧ ਸੰਗਤ ਹੋਏ ਨਿਰਮਲਾ, ਕਟਿਐ ਜਮ ਕੀ ਫਾਸ। ਸੰਤ ਸੰਗ ਹਰ ਸਿਮਰਣਾ, ਮਲ ਜਨਮ ਜਨਮ ਕੀ ਕਾਟ। ਹਰ ਅੰਮ੍ਰਿਤ ਸਰ ਗੁਰ ਪੂਰਿਆ, ਮਿਲ ਸੰਗਤੀ ਮਲ ਲਾ ਜਾਏ। ਸਾਧ ਸੰਗ ਦੁਰਮਤ ਮਲ ਹਿਰਿਆ। ਸਾਧ ਸੰਗ ਹੋਏ ਨਿਰਮਲਾ, ਨਾਨਕ ਪ੍ਰਭ ਕੈ ਰੰਗ। ਸੰਤ ਪ੍ਰਸਾਦ ਭਏ ਮਨ ਨਿਰਮਲ, ਹਰ ਕੀਰਤਨ ਮੈਂ ਅਨਦਿਨ ਜਾਗਾ। ਮਨ ਕੀ ਕਟਿਐ ਮੈਲ, ਸਾਧ ਸੰਗ ਉਠਿਆ। ਨਾਨਕ ਪਤਤ ਪਵਿੱਤ ਮਿਲ ਸੰਗਤ, ਗੁਰ ਸਤਗੁਰ ਪਾਛੈ ਛੁਟਕੀ। ਤੇਰੀ ਸ਼ਰਨ ਸਤਗੁਰ ਮੇਰੇ ਪੂਰੇ, ਮਨ ਨਿਰਮਲ ਹੋਏ ਸੰਤਾਂ ਤੂਰੇ। ਸਾਧ ਸੰਗ ਮਲ ਲਾਥੀ, ਪਾਰ ਬ੍ਰਹਮ ਪਇਓ ਸਾਥੀ। ਕਰ ਸਾਧ ਸੰਗਤ ਸਿਮਰ ਮਾਧੋ, ਹੋਏ ਪਤਤ ਪੁਨੀਤ। ਸਾਧ ਸੰਗਤ ਹੋਏ ਨਿਰਮਲ, ਬਹੁੜ ਜੋਨ ਨਾ ਆਉ। ਜਿਉ ਛੋਏ ਪਾਰਸ ਮਨੂਰ ਪਏ ਕੰਚਨ, ਤਿਉ ਪਤਤ ਜਨ ਮਿਲ ਸੰਗਤੀ ਸ਼ੁੱਧ ਹੋਵਤ, ਗੁਰਮਤੀ ਸੁਧਾ ਦੋ। ਜਨਮ ਜਨਮ ਕੀ ਹਉ ਮੈਂ ਮਲ ਲਾਗੀ, ਮਿਲ ਸੰਗਤੀ ਮਲ ਲੈ ਜਾਵੇਂ ਗੋ। ਪਤਤ ਉਦਾਹਰਣ ਸਾਧ ਸੰਗ, ਪਾਪਾ ਮਲ ਖੋਵੈ। ਗੁਰਬਾਣੀ ਵਿਚਾਰ, ਲੇਖ ਨੰਬਰ 78, ਸੰਗਤ ਭਾਗ ਪਹਿਲਾ। ਗੁਰੂ ਰੂ ਪਿਆਰੇ ਸਾਧ ਸੰਗਤ ਜੀ, ਸੰਗਤ ਦੇ ਡੂੰਘੇ ਵਿਸ਼ੇ ਤੇ ਗੁਰਮੁਖ ਪਿਆਰਿਆਂ ਨੇ 14 ਲੇਖ ਦੀ ਲੜੀ ਲਿਖੀ ਹੈ। ਜਿਸ ਕਿਸੇ ਵੀਰ ਭੈਣ ਨੂੰ ਇਹਨਾਂ ਆਤਮਿਕ ਲੇਖਣੀਆਂ ਦੀ ਲੋੜ ਮਹਿਸੂਸ ਹੋਵੇ, ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਆਪ ਜੀ ਇਹ ਆਤਮਿਕ ਲੇਖਣੀਆਂ ਪ੍ਰਾਪਤ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।